ਮੰਨ ਲਓ ਕਿਸੇ ਐਗਜ਼ਾਮ ਦੀ ਤੁਸੀਂ 3-4 ਸਾਲ ਤਿਆਰੀ ਕੀਤੀ ਹੈ ਐਂਡ ਆਲ ਆਫ ਸਡਨ ਗਵਰਨਮੈਂਟ ਆਉਂਦੀ ਹੈ ਐਂਡ ਕਹਿੰਦੀ ਹੈ ਕਿ ਜਿਸ ਐਗਜ਼ਾਮ ਦੀ ਤੁਸੀਂ ਤਿਆਰੀ ਕੀਤੀ ਹੈ ਉਸ ਦੇ ਵਿੱਚ ਤੁਹਾਨੂੰ 4 ਸਾਲ ਬਾਅਦ ਰਿਟਾਇਰਮੈਂਟ ਮਿਲ ਜੇਗੀ। ਹਾਊ ਵੁੱਡ ਯੂ ਫੀਲ? ਆਬਵੀਅਸਲੀ ਬੁਰਾ ਲੱਗੇਗਾ ਐਂਡ ਤੁਹਾਨੂੰ ਲੱਗੇਗਾ ਕਿ ਸਰਕਾਰ ਤੁਹਾਡੇ ਕੈਰੀਅਰ ਦੇ ਨਾਲ ਖੇਲ ਰਹੀ ਹੈ। ਐਦਾਂ ਹੀ ਕੁਝ ਅਗਨੀਪਥ ਸਕੀਮ ਦੇ ਲਾਂਚ ਹੋਣ ਤੋਂ ਬਾਅਦ ਹੋਇਆ। 14 ਜੂਨ ਨੂੰ ਅਗਨੀਪਥ ਸਕੀਮ ਲਾਂਚ ਹੋਣ ਦੇ ਨਾਲ ਹੀ ਦੇਸ਼ ਦੇ ਅਲੱਗ-ਅਲੱਗ ਸਟੇਟਸ ਦੇ ਨੌਜਵਾਨ ਸੜਕਾਂ ਤੇ ਆ ਗਏ ਐਂਡ ਉਹਨਾਂ ਨੇ ਇਸ ਸਕੀਮ ਦਾ ਭਾਰੀ ਵਿਰੋਧ ਕੀਤਾ। ਬਿਹਾਰ 'ਚ ਪ੍ਰੋਟੈਸਟ ਕਰ ਰਹੇ ਮੋਹਨ ਕੁਮਾਰ ਦਾ ਕਹਿਣਾ ਹੈ ਕਿ ਅਗਨੀਪਥ ਸਕੀਮ ਇੱਕ ਪਲੇਸੀਬੋ ਹੈ ਜੋ ਕਿ ਸਾਡੇ ਦੇਸ਼ ਦੇ ਬੇਰੁਜ਼ਗਾਰ ਯੂਥ ਨੂੰ ਦਿੱਤਾ ਗਿਆ ਹੈ। ਹੁਣ ਪੇਰੈਂਟਸ ਵੀ ਆਪਣੇ ਬੱਚਿਆਂ ਨੂੰ ਆਰਮੀ ਵਿੱਚ ਸਿਰਫ 4 ਸਾਲ ਲਈ ਭੇਜਣ ਤੋਂ ਪਹਿਲਾਂ 2 ਵਾਰ ਸੋਚਣਗੇ। ਐਸਕੇ ਜਾ ਜੋ ਕਿ ਬਿਹਾਰ ਵਿੱਚ ਇੱਕ ਕੋਚਿੰਗ ਸੈਂਟਰ ਚਲਾਉਂਦੇ ਆ, ਉਹ ਕਹਿੰਦੇ ਆ ਜਸਟ ਇਮੇਜਿਨ ਗੈਟਿੰਗ ਰਿਟਾਇਰਡ ਜਸਟ ਆਫਟਰ 4 years. It is nothing but playing with their emotions in the name of giving them some skills before they retire. Student want the old system back. प्रोटेस्ट का प्रेशर इतना ज्यादा से कि राजनाथ सिंह ने भी एज क्राइटेरिया को इस साल ही रिलैक्स कर दिया। प्रधानमंत्री जी के अनुमोदन पर सरकार ने फैसला किया है कि अग्निवीरों की भर्ती की आयु सीमा को इस बार बढ़ाकर 21 से 23 वर्ष कर दिया जाए। ਐਂਡ ਨਾਲ ਦੇ ਨਾਲ CAPF ਵਿੱਚ ਅਗਨੀਵੀਰਾਂ ਲਈ 10% ਰਿਜ਼ਰਵੇਸ਼ਨ ਦਾ ਪ੍ਰੋਵੀਜ਼ਨ ਵੀ ਰੱਖਿਆ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਅਗਨੀਪਥ ਸਕੀਮ ਕੀ ਹੈ ਐਂਡ ਕਿਉਂ ਸਾਡੇ ਦੇਸ਼ ਦੇ ਨੌਜਵਾਨ ਇਸ ਸਕੀਮ ਦਾ ਇੰਨਾ ਵਿਰੋਧ ਕਰ ਰਹੇ ਨੇ। ਨਾਲ ਦੇ ਨਾਲ ਦੇਖਾਂਗੇ ਕਿ ਇਸ ਸਕੀਮ ਦੇ ਫਾਇਦੇ ਐਂਡ ਨੁਕਸਾਨ ਕੀ ਹੋਣਗੇ ਐਂਡ ਇਸ ਚੈलेंज ਦੇ ਪੋਸੀਬਲ ਸੋਲੂਸ਼ਨ ਕੀ ਹੋ ਸਕਦੇ ਨੇ। ਸੋ ਜਾਣਦੇ ਹਾਂ ਸਾਰਾ ਕੁਝ ਅੱਜ ਦੀ ਇਸ ਵੀਡੀਓ ਵਿੱਚ। अग्निपथ योजना में भारतीय नौजवानों को बतौर अग्निवीर आर्म्ड फोर्सेज में सेवा का अवसर प्रदान किया जाएगा और यह योजना देश की सुरक्षा को मजबूत करने व हमारे युवाओं को मिलिट्री सर्विस का अवसर देने के लिए लाई गई। Around 50,000 soldiers will be recruited every year, but not all of them will get permanent jobs. 25% of them will be retained. सेना में भर्ती की तैयारी करने वाले नौजवानों में अग्निपथ योजना को लेकर नाराजगी बढ़ने लगी। These protesters are not looking for any job. They want lifelong financial security. They want pension, health insurance, allowances. That's what they want from the government. अग्निपथ योजना से नाराज छात्रों का गुस्सा सबसे ज्यादा बिहार में दिखा और यहाँ रेलवे को करीब 250 करोड़ रुपए का नुकसान हुआ है। You see, national security is not an employment guarantee scheme. The army's recruitment is based on national interest. And right now, India's interest is in cutting down expenses. ਇਸ ਸਕੀਮ ਦੇ ਅਕੋਰਡਿੰਗ ਹਰ ਸਾਲ 45 ਤੋਂ 50,000 ਨੌਜਵਾਨਾਂ ਦੀ ਆਰਮੀ ਦੇ ਵਿੱਚ ਰਿਕਰੂਟਮੈਂਟ ਕੀਤੀ ਜਾਏਗੀ ਜੋ ਕਿ 4 ਸਾਲ ਲਈ ਸਰਵ ਕਰਨਗੇ। 4 ਸਾਲ ਕੰਪਲੀਟ ਹੋਣ ਤੋਂ ਬਾਅਦ 25% ਨੌਜਵਾਨਾਂ ਨੂੰ 15 ਸਾਲ ਦਾ ਪਰਮਨੈਂਟ ਕਮਿਸ਼ਨ ਦਿੱਤਾ ਜਾਏਗਾ ਐਂਡ ਬਾਕੀ ਦੇ 75% ਰਿਟਾਇਰ ਹੋਣ ਤੋਂ ਬਾਅਦ ਕਾਰਪੋਰੇਟ ਜੌਬ ਔਰ ਆਪਣਾ ਬਿਜ਼ਨਸ ਕਰ ਸਕਦੇ ਆ। ਬਿਜ਼ਨਸ ਕਰਨ ਲਈ ਸਰਕਾਰ ਨੇ ਚੀਪ ਲੋਨ ਪ੍ਰੋਵਾਈਡ ਕਰਨ ਦੀ ਗੱਲ ਵੀ ਕੀਤੀ ਹੈ। ਸਰਵਿਸ ਦੌਰਾਨ ਅਗਨੀਵੀਰਾਂ ਨੂੰ 30,000 ਦੀ ਸੈਲਰੀ ਦਿੱਤੀ ਜਾਏਗੀ ਜੋ ਕਿ 4th ਈਅਰ ਦੇ ਲਾਸਟ ਤੱਕ 40,000 ਹੋ ਜਾਏਗੀ। ਸੈਲਰੀ ਦਾ 30% ਜੋ ਕਿ 9,000 ਰੁਪਏ ਬਣਦਾ ਹੈ ਉਹ ਸੇਵਾ ਨਿਧੀ ਪ੍ਰੋਗਰਾਮ ਵੀ ਰੱਖਿਆ ਜਾਏਗਾ ਐਂਡ ਸੇਮ ਅਮਾਉਂਟ ਸਰਕਾਰ ਵੱਲੋਂ ਵੀ ਕੰਟਰੀਬਿਊਟ ਕੀਤਾ ਜਾਏਗਾ। ਇਨ ਸਿੰਪਲ ਵਰਡ ਸੇ ਕਹਾਂ ਤੇ ਅਗਨੀਵੀਰਾਂ ਦੇ ਹੱਥ 'ਚ ਸਿਰਫ 21,000 ਰੁਪਏ ਹੋਣਗੇ ਐਂਡ ਉਹਨਾਂ ਦੇ 9,000 ਰੁਪਏ ਐਂਡ ਸਰਕਾਰ ਵੱਲੋਂ ਕੰਟਰੀਬਿਊਟ ਕੀਤੇ 9,000 ਰੁਪਏ ਸੇਵਾ ਨਿਧੀ ਪ੍ਰੋਗਰਾਮ ਲਈ ਰੱਖੇ ਜਾਣਗੇ ਜੋ ਕਿ ਅਗਨੀਵੀਰਾਂ ਨੂੰ 4 ਸਾਲ ਬਾਅਦ ਜਿਹੜੀ ਉਹਨਾਂ ਦੀ ਰਿਟਾਇਰਮੈਂਟ ਹੋਗੀ ਉਸ ਤੋਂ ਬਾਅਦ ਉਹਨਾਂ ਨੂੰ ਇਹ ਜਿਹੜੀ ਅਮਾਉਂਟ ਆ ਲਮਸਮ 11,71,000 ਰੁਪਏ ਦਿੱਤੀ ਜਾਏਗੀ। ਹੁਣ ਜਿਹੜੇ 25% ਅਗਨੀਵੀਰ ਪਰਮਨੈਂਟ ਕਮਿਸ਼ਨ ਲਈ ਸਿਲੈਕਟ ਹੋਣਗੇ ਉਹਨਾਂ ਦੀ ਜਿਹੜੀ 4 ਸਾਲ ਦੀ ਡਿਊਟੀ ਆ ਉਹ ਰਿਟਾਇਰਮੈਂਟ ਬੈਨੀਫਿਟ ਲਈ ਕੰਸੀਡਰ ਨਹੀਂ ਕੀਤੀ ਜਾਏਗੀ। ਮਤਲਬ ਕਿ ਜਿਹੜੇ ਅਗਨੀਵੀਰ 19 ਸਾਲ ਦੀ ਡਿਊਟੀ ਪੂਰੀ ਕਰ ਲੈਣਗੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਜਿਹੜੇ ਮਿਲਣ ਵਾਲੇ ਬੈਨੀਫਿਟਸ ਆ ਉਹ ਨਹੀਂ ਮਿਲਣਗੇ। ਇਹ ਤਾਂ ਕੁਝ ਗੱਲਾਂ ਹੋ ਗਿਆ ਅਗਨੀਪਥ ਸਕੀਮ ਬਾਰੇ। ਹੁਣ ਗੱਲ ਕਰਦੇ ਹਾਂ ਸਕੀਮ ਦੇ ਫਾਇਦੇ ਐਂਡ ਨੁਕਸਾਨ ਕੀ ਹੋਣਗੇ ਕਿਉਂਕਿ ਅਸੀਂ ਲਾਸਟ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਮੀਡੀਆ ਦਾ ਇੱਕ ਪੱਖ ਸਿਰਫ ਇਸਦੇ ਫਾਇਦੇ ਗਿਣਾ ਰਿਹਾ ਹੈ ਤੇ ਦੂਸਰਾ ਪੱਖ ਸਿਰਫ ਇਸਦੇ ਨੁਕਸਾਨ ਗਿਣਾ ਰਿਹਾ ਹੈ ਐਂਡ ਸਾਡੇ ਵਾਸਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਸੋ ਆਪਾਂ ਪਹਿਲਾਂ ਦੇਖਦੇ ਹਾਂ ਸਕੀਮ ਦੇ ਫਾਇਦੇ ਕੀ ਹੋਣਗੇ ਐਂਡ ਉਸ ਤੋਂ ਬਾਅਦ ਦੇਖਾਂਗੇ ਕਿ ਸਕੀਮ ਦੇ ਨੁਕਸਾਨ ਕੀ ਹੋਣਗੇ। ਸੋ ਪਹਿਲਾਂ ਆਪਾਂ ਫਾਇਦੇ ਦੇਖਦੇ ਹਾਂ। ਇਸ ਦਾ ਪਹਿਲਾ ਫਾਇਦਾ ਹੋਏਗਾ ਕਿ ਆਰਮੀ ਦੀ ਐਵਰੇਜ ਏਜ ਘਟੇਗੀ। ਅਗਰ ਆਪਾਂ ਇੰਡੀਅਨ ਆਰਮ ਫੋਰਸਿਸ ਦੀ ਐਵਰੇਜ ਏਜ ਦੀ ਗੱਲ ਕਰੀਏ ਤੇ ਸਾਡੀ ਆਰਮ ਫੋਰਸਿਸ ਦੀ ਐਵਰੇਜ ਏਜ 32 ਤੋਂ 33 ਸਾਲ ਹੈ। ਇਸ ਨੂੰ ਅਸੀਂ ਅਗਰ ਦੂਸਰੀ ਕੰਟਰੀਜ਼ ਨਾਲ ਕੰਪੇਅਰ ਕਰੀਏ ਤੇ ਉੱਥੇ ਇਹ ਏਜ 26 ਤੋਂ 27 ਸਾਲ ਹੈ। ਇਸ ਦਾ ਮਤਲਬ ਕਿ ਦੂਸਰੀ ਕੰਟਰੀਜ਼ ਦੀ ਆਰਮੀ ਸਾਡੀ ਆਰਮੀ ਤੋਂ ਯੰਗ ਹੈ। ਸੋ ਸਰਕਾਰ ਅਗਨੀਪਥ ਸਕੀਮ ਦੇ ਨਾਲ ਸਾਡੀ ਆਰਮੀ ਦੀ ਐਵਰੇਜ ਏਜ ਨੂੰ 26 ਸਾਲ ਲਿਆਉਣਾ ਚਾਹੁੰਦੀ ਹੈ ਬਿਕੋਜ਼ ਜ਼ਿਆਦਾ ਏਜ ਕਰਕੇ ਟਫ ਬੈਟਲਫੀਲਡ ਜਿਵੇਂ ਕਿ ਸਿਆਚਨ ਜਿੱਥੇ ਟੈਂਪਰੇਚਰ -60 ਡਿਗਰੀ ਤੱਕ ਚਲਾ ਜਾਂਦਾ ਹੈ ਉੱਥੇ ਹੈਲਥ ਰਿਲੇਟਡ ਪ੍ਰੋਬਲਮ ਕਰਕੇ ਸਾਨੂੰ ਬਹੁਤ ਕੈਜੂਅਲਟੀਜ਼ ਦੇਖਣੀਆਂ ਪੈਂਦੀਆਂ ਨੇ ਬਿਕੋਜ਼ ਸਿਆਚਨ ਵਰਗੇ ਬੈਟਲਫੀਲਡ 'ਚ ਸਾਨੂੰ ਯੰਗ ਜਵਾਨਾਂ ਦੀ ਜ਼ਿਆਦਾ ਲੋੜ ਹੁੰਦੀ ਹੈ। ਸੋ ਸਾਡੇ ਜਵਾਨ ਜਿੰਨਾ ਯੰਗ ਹੋਣਗੇ ਉਨਾ ਹੀ ਬੈਟਰ ਪਰਫਾਰਮ ਕਰ ਪਾਉਣਗੇ ਸਿਆਚਨ ਵਰਗੇ ਬੈਟਲਫੀਲਡ 'ਚ। ਸਾਡੀ ਸਰਕਾਰ ਇਸ ਸਕੀਮ ਦੇ ਨਾਲ ਸਾਡੀ ਆਰਮੀ ਦੇ ਸਾਈਜ਼ ਨੂੰ ਵੀ ਘਟਾਉਣਾ ਚਾਹੁੰਦੀ ਹੈ। ਮਾਰਚ 2021 ਵਿੱਚ 20ਵੀਂ ਸਟੈਂਡਿੰਗ ਕਮੇਟੀ ਦੀ ਰਿਪੋਰਟ ਵਿੱਚ ਇੰਡੀਅਨ ਆਰਮੀ ਨੇ ਇੰਡੀਕੇਸ਼ਨ ਦਿੱਤੀ ਸੀ ਕਿ ਉਹ ਆਰਮੀ ਦਾ ਸਾਈਜ਼ ਅਗਲੇ 3-4 ਸਾਲ ਵਿੱਚ 1 ਲੱਖ ਤੱਕ ਘਟਾਉਣਾ ਚਾਹੁੰਦੀ ਹੈ। ਹੁਣ ਇਹ ਰਿਪੋਰਟ ਬੜਾ ਸੀਰੀਅਸ ਕੁਐਸਚਨ ਰੇਜ਼ ਕਰਦੀ ਹੈ ਕਿ ਜਿੱਥੇ ਸਾਡੇ ਦੇਸ਼ ਦੇ ਬਾਰਡਰ ਤੇ ਇੰਨੀ ਜ਼ਿਆਦਾ ਟੈਨਸ਼ਨ ਚੱਲ ਰਹੀ ਹੈ, ਚਾਈਨਾ ਵਾਲੇ ਬਾਰਡਰ ਹੋ ਜਾਏ ਚਾਹੇ ਪਾਕਿਸਤਾਨ ਵਾਲਾ ਬਾਰਡਰ ਹੋਵੇ, ਜਿੱਥੇ ਇੰਨੀ ਜ਼ਿਆਦਾ ਟੈਨਸ਼ਨ ਚੱਲ ਰਹੀ ਹੈ ਫਿਰ ਸਾਡੀ ਆਰਮੀ ਆਪਣੇ ਨੌਜਵਾਨਾਂ ਦੀ ਭਰਤੀ ਨੂੰ ਘਟਾਉਣਾ ਕਿਉਂ ਚਾਹੁੰਦੀ ਹੈ। ਇਸ ਗੱਲ ਦਾ ਆਨਸਰ ਫਾਈਂਡ ਆਊਟ ਕਰਨ ਤੋਂ ਪਹਿਲਾਂ ਸਾਨੂੰ ਦੇਖਣਾ ਪਵੇਗਾ ਕਿ ਇੱਕ ਆਰਮੀ ਦੇ ਵਿੱਚ ਇੱਕ ਨੌਜਵਾਨ ਦਾ ਰੋਲ ਕੀ ਹੁੰਦਾ ਹੈ।
ਆਰਮੀ ਦੇ ਵਿੱਚ ਨੌਜਵਾਨ ਦੇ ਦੋ ਰੋਲ ਹੁੰਦੇ ਆ, ਕੰਬੈਟ ਐਂਡ ਨੌਨ ਕੰਬੈਟ। ਕੰਬੈਟ ਵਿੱਚ ਉਹ ਸਾਰੇ ਨੌਜਵਾਨ ਆ ਜਾਂਦੇ ਆ ਜੋ ਲੜਾਈ ਵਿੱਚ ਡਾਇਰੈਕਟਲੀ ਪਾਰਟਿਸਿਪੇਟ ਕਰਦੇ ਨੇ, ਐਂਡ ਨੌਨ ਕੰਬੈਟ ਵਿੱਚ ਉਹ ਸਾਰੇ ਨੌਜਵਾਨ ਆ ਜਾਂਦੇ ਆ ਜੋ ਪਿੱਛੋਂ ਸਪੋਰਟ ਪ੍ਰੋਵਾਈਡ ਕਰਦੇ ਨੇ। ਹੁਣ ਇੱਥੇ ਇੱਕ ਐਗਜ਼ਾਮਪਲ ਦੇਖਦੇ ਆ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਰਮੀ ਦੇ ਟਰੱਕ ਨੂੰ ਮੇਨਟੇਨੈਂਸ ਕਰਨ ਦੀ ਲੋੜ ਪੈਂਦੀ ਹੈ, ਐਂਡ ਇਹਨਾਂ ਦੀ ਮੇਨਟੇਨੈਂਸ ਲਈ ਇਹਨਾਂ ਟਰੱਕਸ ਨੂੰ ਆਰਮੀ ਦੇ ਬੇਸ ਵਰਕਸ਼ਾਪ ਤੇ ਭੇਜਿਆ ਜਾਂਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਆਰਮੀ ਵਿੱਚ ਮੈਜੋਰਿਟੀ ਟਰੱਕਸ ਟਾਟਾ ਦੇ ਯੂਜ਼ ਕੀਤੇ ਜਾਂਦੇ ਆ, ਐਂਡ ਟਾਟਾ ਦੇ ਸਰਵਿਸ ਸਟੇਸ਼ਨ ਹੁਣ ਦੇਸ਼ ਦੇ ਹਰ ਇੱਕ ਕੋਨੇ 'ਚ ਮੌਜੂਦ ਨੇ। ਸੋ ਹੁਣ ਬਜਾਏ ਕਿ ਇਹਨਾਂ ਟਰੱਕਸ ਨੂੰ ਬੇਸ ਕੈਂਪ 'ਚ ਭੇਜਿਆ ਜਾਏ, ਆਰਮੀ ਇਹਨਾਂ ਦੀ ਮੇਨਟੇਨੈਂਸ ਆਪਣੇ ਨੀਅਰ ਬਾਈ ਟਾਟਾ ਦੇ ਸਰਵਿਸ ਸਟੇਸ਼ਨ ਤੋਂ ਹੀ ਕਰਾ ਸਕਦੀ ਹੈ। ਇਸ ਨਾਲ ਆਰਮੀ ਦੀ ਲੌਜਿਸਟਿਕ ਕਾਸਟ ਐਂਡ ਟਰੱਕਸ ਨੂੰ ਮੇਨਟੇਨ ਕਰਨ ਵਾਲੇ ਨੌਜਵਾਨਾਂ ਦੀ ਕਾਸਟ ਬਚੇਗੀ। ਇਸ ਦੇ ਨਾਲ ਸਾਡੀ ਆਰਮੀ ਇੰਟੀਗ੍ਰੇਟਡ ਬੈਟਲ ਗਰੁੱਪ ਦੇ ਕਨਸੈਪਟ ਤੇ ਵੀ ਵਰਕ ਕਰ ਰਹੀ ਹੈ, ਜਿਸ ਦੇ ਵਿੱਚ ਇੱਕ ਸਮਾਲ ਯੂਨਿਟ ਦੇ ਨਾਲ ਇੱਕ ਸਮਾਲ ਲੌਜਿਸਟਿਕ ਟੇਲ ਹੋਏਗੀ ਜੋ ਕਿ ਆਊਟਸੋਰਸ ਕੀਤੀ ਜਾਏਗੀ। ਸੋ ਸਾਡੀ ਸਰਕਾਰ ਇੱਥੇ ਵੀ ਆਰਮੀ ਦੀ ਮੈਨ ਪਾਵਰ ਨੂੰ ਘਟਾਉਣਾ ਚਾਹੁੰਦੀ ਹੈ। ਇਹ ਤੇ ਸਿਰਫ ਦੋ ਐਗਜ਼ਾਮਪਲਾਂ ਨੇ। ਏਦਾਂ ਹੀ ਸਾਡੀ ਸਰਕਾਰ ਹਰ ਇੱਕ ਫੀਲਡ 'ਚ ਚੈੱਕ ਕਰ ਰਹੀ ਹੈ ਕਿ ਕਿੱਥੇ ਆਰਮੀ ਦੀ ਮੈਨ ਪਾਵਰ ਨੂੰ ਘਟਾਇਆ ਜਾਏ ਜਾਂ ਇਸ ਮੈਨ ਪਾਵਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਈਬਰ ਵਾਰਫੇਅਰ, ਸਪੇਸ ਵਾਰਫੇਅਰ ਵਿੱਚ ਡਾਇਵਰਟ ਕੀਤਾ ਜਾਏ, ਬਿਕੋਜ਼ ਆਉਣ ਵਾਲੇ ਟਾਈਮ ਵਿੱਚ ਸਾਨੂੰ ਇਹਨਾਂ ਫੀਲਡਸ ਵਿੱਚ ਵੀ ਰਿਕਰੂਟਮੈਂਟ ਕਰਨੀਆਂ ਨੇ। ਹੁਣ ਥਰਡ ਪੁਆਇੰਟ ਆਉਂਦਾ ਹੈ ਪੈਨਸ਼ਨ ਵਰਸਸ ਮਾਡਰਨਾਈਜੇਸ਼ਨ ਦਾ। ਜਿਵੇਂ ਕਿ ਸਾਨੂੰ ਪਤਾ ਹੈ ਕਿ ਕਿਸੇ ਵੀ ਆਰਮੀ ਨੂੰ ਮਾਡਰਨਾਈਜ਼ ਕਰਨ ਲਈ ਇੱਕ ਵੱਡੇ ਬਜਟ ਦੀ ਲੋੜ ਹੁੰਦੀ ਹੈ। ਕਰੰਟਲੀ ਦੇਖਿਆ ਜਾਏ ਤੇ ਇੰਡੀਅਨ ਆਰਮ ਫੋਰਸਿਸ ਦਾ 2021-22 ਦਾ ਐਨੂਅਲ ਬਜਟ 4,78,196 ਕਰੋੜ ਸੀ, ਐਂਡ ਅਗਰ ਇਸ ਨੂੰ ਅਸੀਂ 2011 ਤੋਂ 22 ਤੱਕ ਦੇਖੀਏ ਤਾਂ ਇਹ ਬਜਟ ਹਰ ਸਾਲ ਔਨ ਐਨ ਐਵਰੇਜ 8.4% ਨਾਲ ਗਰੋ ਕਰ ਰਿਹਾ ਹੈ। ਕੰਪੈਰੀਟਿਵਲੀ ਸਾਡੀ ਗਵਰਨਮੈਂਟ ਦਾ ਐਕਸਪੈਂਡੀਚਰ ਹਰ ਸਾਲ 10.3% ਨਾਲ ਗਰੋ ਕਰ ਰਿਹਾ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਨੇ ਆਪਣੀ 2019 ਦੀ ਰਿਪੋਰਟ 'ਚ ਕਿਹਾ ਹੈ ਕਿ ਇੰਡੀਆ ਥਰਡ ਲਾਰਜੈਸਟ ਡਿਫੈਂਸ ਸਪੈਂਡਰ ਹੈ ਆਫਟਰ ਯੂਐਸ ਐਂਡ ਚਾਈਨਾ। ਬਟ ਅਗਰ ਆਪਾਂ ਬਾਕੀ ਕੰਟਰੀਜ਼ ਦਾ ਐਕਸਪੈਂਡੀਚਰ ਵਿਦ ਰਿਸਪੈਕਟ ਟੂ देयर जीडीपी ਸਾਈਜ਼ ਦੇਖੀਏ ਤੇ ਪਾਕਿਸਤਾਨ ਵਰਗੀ ਕੰਟਰੀ ਵੀ ਆਪਣੀ ਜੀਡੀਪੀ ਦਾ 4% ਡਿਫੈਂਸ ਤੇ ਖਰਚ ਕਰਦੀ ਹੈ। ਉੱਥੇ ਇੰਡੀਆ ਆਪਣੀ ਜੀਡੀਪੀ ਦਾ ਸਿਰਫ 2.4% ਡਿਫੈਂਸ ਤੇ ਸਪੈਂਡ ਕਰਦੀ ਹੈ, ਐਂਡ 2021-22 ਦੇ ਵਿੱਚ ਇਹ ਨੰਬਰ ਹੋਰ ਵੀ ਘਟ ਗਿਆ ਹੈ, ਐਂਡ ਹੁਣ ਇੰਡੀਆ ਡਿਫੈਂਸ ਤੇ ਆਪਣੀ ਜੀਡੀਪੀ ਦਾ 2.1% ਖਰਚ ਕਰਦਾ ਹੈ। ਹੁਣ ਗੱਲ ਕਰਦੇ ਆ ਇੰਡੀਅਨ ਡਿਫੈਂਸ ਬਜਟ ਦਾ ਯੂਜ਼ ਕਿੱਦਾਂ ਹੁੰਦਾ ਹੈ। ਸਾਡੇ ਡਿਫੈਂਸ ਬਜਟ ਦਾ ਮੇਜਰ ਪਾਰਟ ਸੈਲਰੀਜ਼ ਐਂਡ ਪੈਨਸ਼ਨਸ ਦੇਣ ਵਿੱਚ ਚਲਾ ਜਾਂਦਾ ਹੈ। ਅਗਰ ਆਪਾਂ ਸੈਲਰੀਜ਼ ਐਂਡ ਪੈਨਸ਼ਨ ਨੂੰ ਕੰਬਾਈਨ ਕਰ ਦਈਏ ਤੇ ਅਸੀਂ ਟੋਟਲ 2,58,628 ਕਰੋੜ ਸਿਰਫ ਇਹਨਾਂ ਦੋਨਾਂ ਕੰਮਾਂ ਲਈ ਹੀ ਸਪੈਂਡ ਕਰਦੇ ਹਾਂ। ਬਾਕੀ ਬਚਿਆ 2,19,568 ਕਰੋੜ ਉਹ ਹੋਰ ਕੰਮਾਂ ਲਈ ਯੂਜ਼ ਕੀਤਾ ਜਾਂਦਾ ਹੈ, ਜਿਸ ਵਿੱਚ ਸਟੋਰਸ ਨੂੰ ਮੇਨਟੇਨ ਕਰਨਾ, ਕੈਪੀਟਲ ਐਕਸਪੈਂਡੀਚਰ ਐਕਸੈਟਰਾ ਹੁੰਦਾ ਹੈ। ਇੱਥੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਆਰਮ ਫੋਰਸਿਸ ਨੂੰ ਮਾਡਰਨਾਈਜ਼ ਕਰਨ ਲਈ ਸਾਡੇ ਕੋਲ ਕੁਝ ਖਾਸ ਬਚਦਾ ਹੀ ਨਹੀਂ ਹੈ। ਹੁਣ ਅਗਰ ਅਸੀਂ ਗੱਲ ਸਿਰਫ ਪੈਨਸ਼ਨਸ ਦੀ ਗੱਲ ਕਰੀਏ ਤਾਂ ਲਾਸਟ 10 ਸਾਲਾਂ ਵਿੱਚ ਪੈਨਸ਼ਨਸ ਦੀ ਐਨੂਅਲ ਗਰੋਥ 12% ਰਹੀ ਹੈ। ਇਸ ਦੇ ਕੰਪੈਰੀਟਿਵ ਸਾਡਾ ਡਿਫੈਂਸ ਬਜਟ 8.4% ਨਾਲ ਗਰੋ ਹੋਇਆ ਹੈ। ਪੈਨਸ਼ਨ ਦਾ ਸਾਡਾ ਡਿਫੈਂਸ ਬਜਟ 'ਚ ਸ਼ੇਅਰ ਹਰ ਸਾਲ ਹੀ ਵਧਿਆ ਹੈ। 2018-19 ਚ 18%, 2019-20 ਚ 26% ਐਂਡ 2020-21 ਚ 24%। ਇੱਥੋਂ ਸਾਨੂੰ ਇਹੀ ਇੰਡੀਕੇਸ਼ਨ ਮਿਲ ਜਾਏ ਕਿ ਜਿੰਨੀ ਸਪੀਡ ਦੇ ਨਾਲ ਸਾਡੀ ਆਰਮ ਫੋਰਸਿਸ ਦੀ ਪੈਨਸ਼ਨ ਦਾ ਬਰਡਨ ਵਧ ਰਿਹਾ ਹੈ, ਉਨੀ ਸਪੀਡ ਦੇ ਨਾਲ ਸਾਡਾ ਡਿਫੈਂਸ ਬਜਟ ਨਹੀਂ ਵਧ ਰਿਹਾ। ਸੋ ਅਲਟੀਮੇਟਲੀ ਜੋ ਸਾਡੇ ਕੋਲ ਪੈਸਾ ਥੋੜਾ ਬਹੁਤ ਬਚਦਾ ਸੀ ਉਹ ਵੀ ਹੁਣ ਘਟਦਾ ਜਾ ਰਿਹਾ ਹੈ, ਜਿਸ ਨਾਲ ਆਰਮ ਫੋਰਸਿਸ ਨੂੰ ਮਾਡਰਨਾਈਜ਼ ਕਰਨਾ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਿਵੇਂ ਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਆਰਮੀ ਦੇ ਸਾਈਜ਼ ਨੂੰ ਅਗਲੇ 3-4 ਸਾਲ ਵਿੱਚ ਘਟਾਇਆ ਜਾਏਗਾ। ਇਸ ਨਾਲ ਸਰਕਾਰ ਤੇ ਸੈਲਰੀ ਐਂਡ ਪੈਨਸ਼ਨ ਦਾ ਬਰਡਨ ਘਟੇਗਾ, ਐਂਡ ਜਿਹੜਾ ਇਹ ਪੈਸਾ ਬਚੇਗਾ ਸਰਕਾਰ ਆਰਮੀ ਨੂੰ ਮਾਡਰਨਾਈਜ਼ ਕਰਨ ਦੇ ਵਿੱਚ ਵਰਤੇਗੀ, ਬਿਕੋਜ਼ ਅੱਜ ਦੇ ਟਾਈਮ ਵਿੱਚ ਕਿਸੇ ਵੀ ਆਰਮ ਫੋਰਸਿਸ ਦਾ ਮਾਡਰਨ ਹੋਣਾ ਬਹੁਤ ਹੀ ਜ਼ਰੂਰੀ ਹੈ। ਇੱਥੋਂ ਆਪਾਂ ਹਿਸਟਰੀ ਤੋਂ ਵੀ ਲੈਸਨ ਲੈ ਸਕਦੇ ਹਾਂ ਕਿ ਇੱਕ ਸਮਾਲ ਬਟ ਮਾਡਰਨ ਆਰਮੀ ਦਾ ਕੀ ਫਾਇਦਾ ਹੁੰਦਾ ਹੈ। ਇਜ਼ਰਾਈਲ ਇੱਕ ਛੋਟੀ ਜਿਹੀ ਕੰਟਰੀ ਹੈ ਜਿਸ ਤੇ 6 ਅਰਬ ਕੰਟਰੀਜ਼ ਨੇ ਮਿਲ ਕੇ ਹਮਲਾ ਕੀਤਾ ਸੀ, ਬਟ ਇਜ਼ਰਾਈਲ ਨੇ ਆਪਣੀ ਮਾਡਰਨ ਆਰਮੀ ਐਂਡ ਟੈਕਨੋਲੋਜੀ ਨਾਲ ਸਿਰਫ 6 ਦਿਨਾਂ ਵਿੱਚ ਇਹਨਾਂ ਸਾਰੀਆਂ ਕੰਟਰੀ ਨੂੰ ਹਰਾ ਦਿੱਤਾ ਸੀ। ਆਪਾਂ ਰੀਸੈਂਟਲੀ ਅਜ਼ਰਬੈਜਾਨ ਐਂਡ ਅਰਮੀਨੀਆ ਦੀ ਵਾਰ ਦੀ ਐਗਜ਼ਾਮਪਲ ਵੀ ਲੈ ਸਕਦੇ ਹਾਂ, ਜਿੱਥੇ ਅਜ਼ਰਬੈਜਾਨ ਨੇ ਐਕਸਟੈਂਸਿਵਲੀ ਟਰਕਿਸ਼ ਡਰੋਨ ਐਂਡ ਇਜ਼ਰਾਈਲੀ ਟੈਕਨੋਲੋਜੀ ਦਾ ਯੂਜ਼ ਕੀਤਾ, ਜਿਸ ਕਰਕੇ ਉਹ ਵਾਰ ਜਿੱਤ ਵੀ ਗਿਆ। ਸੋ ਅੱਜ ਦੇ ਟਾਈਮ ਵਿੱਚ ਆਰਮ ਫੋਰਸਿਸ ਦਾ ਮਾਡਰਨ ਹੋਣਾ ਬਹੁਤ ਹੀ ਜ਼ਰੂਰੀ ਹੈ, ਬਿਕੋਜ਼ ਚਾਈਨਾ ਆਲਰੇਡੀ ਆਪਣੇ ਸੋਲਜਰਸ ਨੂੰ ਐਕਸੋਸਕੈਲਟਨ ਸੂਟ ਪ੍ਰੋਵਾਈਡ ਕਰ ਰਿਹਾ ਹੈ, ਜਿਸ ਨਾਲ ਚਾਈਨੀਜ਼ ਸੋਲਜਰਸ ਦੀ ਲੌਜਿਸਟਿਕ ਕੈਰੇਜ ਐਂਡ ਪੈਟਰੋਲਿੰਗ ਕਰਨ ਦੀ ਕੈਪੈਸਿਟੀ ਵੱਧ ਜਾਏਗੀ। ਇਸ ਦੇ ਨਾਲ ਯੂਐਸ ਦੀ ਇੰਟੈਲੀਜੈਂਸ ਏਜੰਸੀ ਨੇ ਇਹ ਵੀ ਰਿਪੋਰਟ ਕੀਤਾ ਹੈ ਚਾਈਨਾ ਬਾਇਓਲੋਜੀਕਲੀ ਐਨਹਾਂਸ ਸੁਪਰ ਸੋਲਜਰਸ ਤੇ ਵੀ ਵਰਕ ਕਰ ਰਿਹਾ ਹੈ, ਜਿਸ ਨਾਲ ਸੋਲਜਰਸ ਦੇ ਜੀਨਸ ਨੂੰ ਐਡਿਟ ਕਰਕੇ ਐਂਡ ਉਹਨਾਂ ਨੂੰ ਰੋਬੋਟਿਕਸ ਨਾਲ ਕੰਬਾਈਨ ਕਰਕੇ ਆਪਣੇ ਸੋਲਜਰ ਦੀ ਸਟਰੈਂਥ ਐਂਡ ਮਲਟੀਪਲ ਮਿਸ਼ਨ ਕਰਨ ਦੀ ਕੈਪੇਬਿਲਿਟੀਜ਼ ਨੂੰ ਵਧਾ ਰਿਹਾ ਹੈ। ਹੁਣ ਇਥੇ ਤੁਸੀਂ ਦੱਸੋ ਕਿ ਸਾਨੂੰ ਆਪਣੀ ਆਰਮ ਫੋਰਸਿਸ ਨੂੰ ਮਾਡਰਨਾਈਜ਼ ਕਰਨ ਦੀ ਲੋੜ ਹੈ ਕਿ ਨਹੀਂ, ਐਂਡ ਅਗਰ ਬਜਟ ਦਾ ਕੰਸਟ੍ਰੇਂਟ ਹੋਵੇ ਤੇ ਆਬਵੀਅਸਲੀ ਸਰਕਾਰਾਂ ਆਰਮੀ ਦੇ ਸਾਈਜ਼ ਨੂੰ ਘਟਾਏਗੀ, ਕਿਉਂਕਿ ਇੰਡੀਆ ਇਕਲੌਤੀ ਕੰਟਰੀ ਨਹੀਂ ਹੈ ਜੋ ਇਹ ਕੰਮ ਕਰ ਰਹੀ ਹੈ। ਯੂਐਸਏ ਐਂਡ ਚਾਈਨਾ ਆਲਰੇਡੀ ਆਪਣੀ ਆਰਮੀ ਦੇ ਸਾਈਜ਼ ਨੂੰ ਘਟਾ ਰਹੀ ਹੈ ਐਂਡ ਉਹਨਾਂ ਨੂੰ ਹੋਰ ਵੀ ਮਾਡਰਨਾਈਜ਼ ਕਰ ਰਹੀ ਹੈ। ਇਸ ਦਾ ਫੋਰਥ ਬੈਨੀਫਿਟ ਹੋਏਗਾ ਆਲ ਇੰਡੀਆ ਆਲ ਕਲਾਸ ਰਿਕਰੂਟਮੈਂਟ। ਕਰੰਟਲੀ ਸਾਡੀ ਆਰਮੀ ਦੇ ਵਿੱਚ ਕੁਝ ਰੈਜੀਮੈਂਟਸ ਇਦਾਂ ਦੀਆਂ ਨੇ ਜੋ ਰਿਲੀਜਨ, ਕਾਸਟ ਔਰ ਕਮਿਊਨਿਟੀ ਦੇ ਬੇਸ ਤੇ ਰਿਕਰੂਟ ਕੀਤੀਆਂ ਜਾਂਦੀਆਂ। ਐਗਜ਼ਾਮਪਲ ਸਿੱਖ ਰੈਜੀਮੈਂਟ, ਮਰਾਠਾ ਰੈਜੀਮੈਂਟ, ਜਾਟ ਰੈਜੀਮੈਂਟ, ਰਾਜਪੂਤ ਰੈਜੀਮੈਂਟ। ਇਹਨਾਂ ਰੈਜੀਮੈਂਟ ਸੇ ਮੈਜੋਰਿਟੀ ਪਰਸਨਲ ਸੇਮ ਕਮਿਊਨਿਟੀ ਤੋਂ ਹੀ ਬਿਲੋਂਗ ਕਰਦੇ ਆ। ਐਜ਼ ਅ ਰਿਜ਼ਲਟ ਆਫ ਸਾਡੀ ਆਰਮੀ ਵਿੱਚ ਮੈਜੋਰਿਟੀ ਆਰਮੀ ਪਰਸਨਲ ਨਾਰਥਰਨ ਇੰਡੀਆ ਤੋਂ ਬਿਲੋਂਗ ਕਰਦੇ ਆ। ਸੋ ਬਾਈ ਆਲ ਇੰਡੀਆ ਆਲ ਕਲਾਸ ਰਿਕਰੂਟਮੈਂਟ ਦੇ ਨਾਲ ਕਿਸੇ ਵੀ ਕਮਿਊਨਿਟੀ ਦੀ, ਕਿਸੇ ਵੀ ਰਿਲੀਜਨ ਦਾ ਕੈਂਡੀਡੇਟ ਕਿਸੇ ਵੀ ਰੈਜੀਮੈਂਟ ਨੂੰ ਜੁਆਇਨ ਕਰ ਸਕਦਾ ਹੈ। ਆਲ ਇੰਡੀਆ ਆਲ ਕਲਾਸ ਰਿਕਰੂਟਮੈਂਟ ਦਾ ਇੱਕ ਹੋਰ ਫਾਇਦਾ ਹੋਏਗਾ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਟਾਈਮ ਟੂ ਟਾਈਮ ਸਾਡੀ ਕੰਟਰੀ ਵਿੱਚ ਨਿਊ ਕਾਸਟ ਬੇਸਡ ਰੈਜੀਮੈਂਟ ਬਣਾਉਣ ਦੀ ਗੱਲ ਚੱਲਦੀ ਹੈ, ਐਂਡ ਕਈ ਲੋਕ ਇਸ ਦੇ ਲਈ ਪ੍ਰੋਟੈਸਟ ਵੀ ਕਰਦੇ ਨੇ, ਜਿਵੇਂ ਰੀਸੈਂਟਲੀ ਅਹੀ ਰੈਜੀਮੈਂਟ ਬਣਾਉਣ ਲਈ ਕਾਫੀ ਪ੍ਰੋਟੈਸਟ ਵੀ ਹੋਏ। ਸੋ ਅਗਰ ਅਸੀਂ ਆਲ ਇੰਡੀਆ ਆਲ ਕਲਾਸ ਰਿਕਰੂਟਮੈਂਟ ਸਿਸਟਮ ਨੂੰ ਅਡਾਪਟ ਕਰਦੇ ਹਾਂ ਤੇ ਫਿਊਚਰ ਦੇ ਵਿੱਚ ਹੋਰ ਕਾਸਟ ਬੇਸਡ ਜਿਹੜੇ ਰੈਜੀਮੈਂਟਸ ਬਣਾਉਣ ਦੀ ਡਿਮਾਂਡ ਉੱਠਦੀ ਆ,
ਉਸ ਨੂੰ ਵੀ ਘਟਾਇਆ ਜਾ ਸਕਦਾ ਹੈ। ਇਸ ਦਾ 5th ਬੈਨੀਫਿਟ ਹੋਏਗਾ ਇਟ ਵਿਲ ਰਿਡਿਊਸ ਦ ਟ੍ਰੇਨਿੰਗ ਕਾਸਟ ਆਫ CAPF। ਹੁਣ ਜਿਵੇਂ ਕਿ ਸਰਕਾਰ ਨੇ 10% ਰਿਜ਼ਰਵੇਸ਼ਨ ਦਿੱਤੀ ਹੋਈ ਆ ਅਗਨੀਵੀਰਾਂ ਨੂੰ, ਸੋ ਜਿਹੜੇ ਅਗਨੀਵੀਰ CAPF ਨੂੰ ਜੁਆਇਨ ਕਰਨਗੇ ਉਹਨਾਂ ਨੇ ਆਲਰੇਡੀ ਟ੍ਰੇਨਿੰਗ ਕੀਤੀ ਹੋਏਗੀ, ਸੋ ਇੱਥੇ CAPF ਲਈ ਟ੍ਰੇਨਿੰਗ ਕਾਸਟ ਵੀ ਬਚ ਜਾਏਗੀ। ਜਿਵੇਂ ਕਿ ਸਾਨੂੰ ਪਤਾ ਹੈ ਕਿ CAPF ਦੇ ਵਿੱਚ ਟੋਟਲ 8 ਫੋਰਸਿਸ ਹੁੰਦੀਆਂ ਨੇ, ਜਿਵੇਂ ਕਿ BSF, CRPF, ITBP, CISF, SSB, NSG, SPG, RPF। ਸੋ ਰਿਟਾਇਰਮੈਂਟ ਤੋਂ ਬਾਅਦ ਅਗਨੀਵੀਰ ਕਿਸੇ ਵੀ ਫੋਰਸ ਨੂੰ ਜੁਆਇਨ ਕਰ ਸਕਦਾ ਹੈ, ਜਿਸ ਨਾਲ ਟ੍ਰੇਨਿੰਗ ਦੀ ਕਾਸਟ ਵੀ ਬਚਾਈ ਜਾ ਸਕਦੀ ਹੈ। ਸੋ ਇਹ ਤੇ ਹੋ ਗਏ ਫਾਇਦੇ। ਹੁਣ ਗੱਲ ਕਰਦੇ ਹਾਂ ਇਸ ਸਕੀਮ ਦੇ ਨੁਕਸਾਨ ਕੀ ਹੋਣਗੇ। ਇਸ ਸਕੀਮ ਨਾਲ ਹੋਣ ਵਾਲੇ ਨੁਕਸਾਨ ਨੂੰ ਮੈਂ 2 ਕੈਟੇਗਰੀ 'ਚ ਡਿਵਾਈਡ ਕਰਾਂਗਾ। ਫਰਸਟ, ਇੰਪੈਕਟ ਔਨ ਸੋਸਾਇਟੀ ਐਂਡ ਯੂਥ, ਐਂਡ ਸੈਕੰਡ, ਇੰਪੈਕਟ ਔਨ ਆਰਮ ਫੋਰਸਿਸ। ਪਹਿਲਾਂ ਆਪਾਂ ਸੋਸਾਇਟੀ ਐਂਡ ਯੂਥ ਤੇ ਹੋ ਰਹੇ ਇੰਪੈਕਟ ਨੂੰ ਦੇਖਾਂਗੇ। ਇਸ ਦਾ ਪਹਿਲਾ ਇੰਪੈਕਟ ਹੋਏਗਾ ਜੌਬ ਸਿਕਿਉਰਿਟੀ ਐਂਡ ਆਫਟਰ ਰਿਟਾਇਰਮੈਂਟ ਬੈਨੀਫਿਟਸ ਤੇ। ਜਿਵੇਂ ਕਿ ਸਰਕਾਰ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੈ ਕਿ ਸਿਰਫ 25% ਅਗਨੀਵੀਰਾਂ ਨੂੰ ਹੀ ਪਰਮਾਨੈਂਟ ਕਮਿਸ਼ਨ ਮਿਲੇਗਾ, ਬਾਕੀ 75% ਨੂੰ ਰਿਟਾਇਰਮੈਂਟ ਦਿੱਤੀ ਜਾਏਗੀ। ਹੁਣ ਜਿਹੜੇ ਅਗਨੀਵੀਰ ਰਿਟਾਇਰ ਹੋ ਰਹੇ ਆ ਉਹਨਾਂ ਦੇ ਅੰਦਰ ਇੱਕ ਇਨਸਿਕਿਉਰਿਟੀ ਹੈ ਕਿ ਉਹ ਆਫਟਰ ਰਿਟਾਇਰਮੈਂਟ ਕਿਹੜੀ ਜੌਬ ਕਰਨਗੇ। ਜਿਵੇਂ ਕਿ ਸਾਨੂੰ ਪਤਾ ਹੈ ਕਿ ਮੈਜੋਰਿਟੀ ਆਫ ਰਿਕਰੂਟਮੈਂਟ ਵਿੱਚ ਗਰੀਬ ਘਰਾਂ ਦੇ ਨੌਜਵਾਨ ਹੀ ਆਉਂਦੇ ਨੇ। ਉਹਨਾਂ ਨੌਜਵਾਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਆਰਮ ਫੋਰਸਿਸ ਵਿੱਚ ਭਰਤੀ ਹੋਣ ਤੋਂ ਬਾਅਦ ਉਹਨਾਂ ਨੂੰ ਸਮਾਜ ਵਿੱਚ ਇੱਜ਼ਤ ਨਾਲ ਦੇਖਿਆ ਜਾਏਗਾ ਐਂਡ ਫਾਈਨੈਂਸ਼ਲੀ ਵੀ ਉਹਨਾਂ ਦੇ ਪਰਿਵਾਰ ਸਟੇਬਲ ਹੋ ਸਕਦਾ ਹੈ। ਬਟ ਅਗਨੀਪਥ ਸਕੀਮ ਨਾਲ ਇਹ ਸਭ ਇਨਸਿਕਿਉਰਿਟੀਜ਼ ਨੌਜਵਾਨਾਂ ਵਿੱਚ ਵਧੇਗੀ। ਪਹਿਲਾਂ ਤਾਂ ਇਨਸਿਕਿਉਰਿਟੀ ਉਹਨਾਂ ਨੌਜਵਾਨਾਂ ਨੂੰ ਹੋਏਗੀ ਜੋ 4 ਸਾਲਾਂ ਬਾਅਦ ਰਿਟਾਇਰ ਹੋਣਗੇ। ਸੈਕੰਡਲੀ ਉਹਨਾਂ ਜਵਾਨਾਂ ਲਈ ਇਨਸਿਕਿਉਰਿਟੀ ਹੋਏਗੀ ਜੋ ਆਪਣੀ 19 ਸਾਲ ਦੀ ਜੌਬ ਕਰਨ ਤੋਂ ਬਾਅਦ ਰਿਟਾਇਰ ਹੋਣਗੇ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਬੈਨੀਫਿਟਸ ਮਿਲਦੇ ਨੇ ਜਿਵੇਂ ਕਿ ਪੈਨਸ਼ਨ ਆ, ਮੈਡੀਕਲ ਫੈਸਿਲਿਟੀ ਆ, ਉਹ ਹੁਣ ਨਹੀਂ ਮਿਲ ਪਾਣਗੇ। ਹੁਣ ਇਹਦਾ ਸੈਕੰਡ ਪੁਆਇੰਟ ਆ ਜਾਂਦਾ ਹੈ ਪ੍ਰੋਮਿਸਿਸ ਵਰਸਸ ਰਿਐਲਿਟੀ ਦਾ। ਆਫਟਰ ਪ੍ਰੋਟੈਸਟ ਅਸੀਂ ਦੇਖਿਆ ਕਿ ਸਾਡੀ ਸੈਂਟਰਲ ਗਵਰਨਮੈਂਟ ਨੇ ਅਗਨੀਵੀਰਾਂ ਨੂੰ 10% ਰਿਜ਼ਰਵੇਸ਼ਨ ਵੀ ਦਿੱਤੀ ਹੈ CAPF ਦੇ ਵਿੱਚ। ਕਈ ਸਟੇਟਸ ਨੇ ਇਹ ਵੀ ਪ੍ਰੋਮਿਸ ਕੀਤਾ ਹੈ ਕਿ ਉਹ ਸਟੇਟ ਪੁਲਿਸ ਵਿੱਚ ਅਗਨੀਵੀਰਾਂ ਨੂੰ ਪ੍ਰੈਫਰੈਂਸ ਦੇਵੇਗੀ। ਇਸ ਤੋਂ ਬਾਅਦ ਆਨੰਦ ਮਹਿੰਦਰਾ ਐਂਡ ਹਰਸ਼ ਗੋਇੰਕਾ ਨੇ ਵੀ ਟਵੀਟ ਕਰਕੇ ਕਿਹਾ ਕਿ ਉਹ ਆਪਣੀ ਕੰਪਨੀਜ਼ ਵਿੱਚ ਅਗਨੀਵੀਰਾਂ ਨੂੰ ਜੌਬ ਪ੍ਰੈਫਰੈਂਸ ਦੇਣਗੇ। ਇਹ ਸਭ ਕੁਝ ਸੁਣਨ ਦੇ ਵਿੱਚ ਕਿੰਨਾ ਸਹੀ ਲੱਗਦਾ ਹੈ ਨਾ ਕਿ 4 ਸਾਲ ਆਰਮ ਫੋਰਸਿਸ ਦੇ ਵਿੱਚ ਸਰਵ ਕਰਨ ਨੂੰ ਮਿਲੇਗਾ, ਰਿਟਾਇਰਮੈਂਟ ਤੋਂ ਬਾਅਦ 11-12 ਲੱਖ ਰੁਪਏ ਵੀ ਮਿਲ ਜਾਣਗੇ, ਉਸ ਤੋਂ ਬਾਅਦ CAPF ਦੇ ਵਿੱਚ ਵੀ 10% ਰਿਜ਼ਰਵੇਸ਼ਨ ਹੈ, ਐਂਡ ਅਗਰ ਪ੍ਰਾਈਵੇਟ ਜੌਬ ਕਰਨੀ ਹੋਵੇ ਉਸ ਦੇ ਵਿੱਚ ਵੀ ਪ੍ਰੈਫਰੈਂਸ ਮਿਲੇਗੀ। ਤੇ ਫਿਰ ਹੋਰ ਕੀ ਚਾਹੀਦਾ ਅਗਨੀਵੀਰਾਂ ਨੂੰ। ਬਟ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜਿੰਨਾ ਸੁਣਨ 'ਚ ਸਹੀ ਲੱਗ ਰਿਹਾ ਹੈ ਰਿਐਲਿਟੀ ਕੁਝ ਹੋ ਰਹੀ ਹੈ। ਡਾਇਰੈਕਟੋਰੇਟ ਜਨਰਲ ਰੀਸੈਟਲਮੈਂਟ ਜੋ ਕਿ ਮਿਨਿਸਟਰੀ ਆਫ ਡਿਫੈਂਸ ਦੇ ਅੰਡਰ ਆਉਂਦਾ ਹੈ, ਉਹਨਾਂ ਤੋਂ ਅਵੇਲੇਬਲ ਲੇਟੈਸਟ ਡੇਟਾ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਗਵਰਨਮੈਂਟ ਡਿਪਾਰਟਮੈਂਟਸ 'ਚ 10% ਗਰੁੱਪ C ਦੀਆਂ ਪੋਸਟ ਐਂਡ 20% ਗਰੁੱਪ D ਦੀਆਂ ਪੋਸਟ ਰਿਜ਼ਰਵਡ ਹੁੰਦੀਆਂ ਨੇ ਐਕਸ ਸਰਵਿਸਮੈਨ ਲਈ। ਬਟ ਕਰੰਟਲੀ ਇਹਨਾਂ ਗਵਰਨਮੈਂਟ ਡਿਪਾਰਟਮੈਂਟਸ ਵਿੱਚ ਐਕਸ ਸਰਵਿਸਮੈਨ ਦੀ ਸਟਰੈਂਥ ਸਿਰਫ 1.29% ਹੈ ਗਰੁੱਪ C ਵਿੱਚ ਐਂਡ 2.66% ਹੈ ਗਰੁੱਪ D ਵਿੱਚ। ਅਗਰ ਆਪਾਂ ਇਸ ਪਰਸੈਂਟੇਜ ਨੂੰ ਨੰਬਰ 'ਚ ਦੇਖੀਏ ਤਾਂ ਗਰੁੱਪ C ਵਿੱਚ ਟੋਟਲ 10,84,705 EMPLOYEES ਨੇ, ਜਿਸ ਵਿੱਚ ਐਕਸ ਸਰਵਿਸਮੈਨ ਸਿਰਫ 13,976 ਨੇ। ਐਂਡ ਅਗਰ ਗੱਲ ਗਰੁੱਪ D ਦੀ ਕਰੀਏ ਤੇ 3,25,265 EMPLOYEES ਵਿੱਚੋਂ ਸਿਰਫ 8,642 EMPLOYEE ਐਕਸ ਸਰਵਿਸਮੈਨ ਨੇ। ਹੁਣ ਇੱਥੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਰਿਜ਼ਰਵੇਸ਼ਨ ਆਲਰੇਡੀ ਐਕਸ ਸਰਵਿਸਮੈਨ ਨੂੰ ਦਿੱਤੀ ਜਾਂਦੀ ਹੈ ਉਹ ਵੀ ਪੂਰੀ ਨਹੀਂ ਹੋ ਪਾਈ। ਇਸ ਤੋਂ ਬਾਅਦ ਅਗਰ ਅਸੀਂ CAPF ਦੀ ਗੱਲ ਕਰੀਏ ਤੇ ਉੱਥੇ ਵੀ ਐਕਸ ਸਰਵਿਸਮੈਨ ਲਈ 10% ਕੋਟਾ ਅਪ ਟੂ ਅਸਿਸਟੈਂਟ ਕਮਾਂਡੈਂਟ ਐਂਡ ਸੈਂਟਰਲ ਪੈਰਾਮਿਲਟਰੀ ਫੋਰਸਿਸ ਲਈ ਹੈ। ਬਟ ਜੂਨ 2021 ਦੀ ਰਿਪੋਰਟ 'ਚ CAPF ਐਂਡ CPMF ਵਿੱਚ ਐਕਸ ਸਰਵਿਸਮੈਨ ਦੀ ਸਟਰੈਂਥ ਗਰੁੱਪ C ਵਿੱਚ ਸਿਰਫ 0.47% ਹੈ। ਇਸ ਨੂੰ ਅਗਰ ਅਸੀਂ ਨੰਬਰ 'ਚ ਦੇਖੀਏ ਤਾਂ ਟੋਟਲ ਸਟਰੈਂਥ 8,81,397 ਵਿੱਚੋਂ ਸਿਰਫ 4,146 ਐਕਸ ਸਰਵਿਸਮੈਨ ਨੇ। ਐਂਡ ਅਗਰ ਆਪਾਂ ਗੱਲ ਗਰੁੱਪ B ਦੀ ਕਰੀਏ ਤੇ ਉੱਥੇ ਇਹ ਨੰਬਰ 0.87% ਹੈ। ਐਂਡ ਅਗਰ ਆਪਾਂ ਗੱਲ ਗਰੁੱਪ A ਦੀ ਕਰੀਏ ਤੇ ਉੱਥੇ 2.20% ਹੈ। ਸੋ CAPF ਵਿੱਚ ਜਿਹੜੀ 10% ਦੀ ਰਿਜ਼ਰਵੇਸ਼ਨ ਐਕਸ ਸਰਵਿਸਮੈਨ ਲਈ ਰੱਖੀ ਗਈ ਹੈ ਉਹ ਸਾਨੂੰ ਰਿਐਲਿਟੀ 'ਚ ਦੂਰ ਤੱਕ ਕਿਤੇ ਨਜ਼ਰ ਨਹੀਂ ਆਉਂਦੀ। ਹੁਣ ਗੱਲ ਕਰਦੇ ਹਾਂ ਪਬਲਿਕ ਸੈਕਟਰ ਅੰਡਰਟੇਕਿੰਗਸ ਦੀ। PSUs ਵਿੱਚ ਐਕਸ ਸਰਵਿਸਮੈਨ ਲਈ ਗਰੁੱਪ C ਵਿੱਚ 14.5% ਐਂਡ ਗਰੁੱਪ D ਵਿੱਚ 24.5% ਕੋਟਾ ਫਿਕਸ ਕੀਤਾ ਗਿਆ ਹੈ। ਬਟ DGR ਦੀ ਰਿਪੋਰਟ ਦੇ ਅਕੋਰਡਿੰਗ ਐਕਸ ਸਰਵਿਸਮੈਨ ਸਿਰਫ 1.15% ਕੰਸਟੀਟਿਊਟ ਕਰਦੇ ਨੇ ਗਰੁੱਪ C ਵਿੱਚ, ਜੋ ਕਿ ਨੰਬਰਸ ਦੇ ਅਕੋਰਡਿੰਗ 3,138 EMPLOYEE ਹੁੰਦੇ ਆ ਆਊਟ ਆਫ 2,72,848 EMPLOYEES। ਐਂਡ ਗਰੁੱਪ D ਵਿੱਚ ਇਹ ਨੰਬਰ ਹੋਰ ਵੀ ਘਟ ਜਾਂਦਾ ਹੈ ਜੋ ਕਿ ਹੈ ਸਿਰਫ 0.3%, ਮਤਲਬ 1,34,733 EMPLOYEE ਵਿੱਚੋਂ ਸਿਰਫ 404 EMPLOYEE ਐਕਸ ਸਰਵਿਸਮੈਨ ਨੇ। ਇੱਥੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਨੌਜਵਾਨ ਇੰਨੇ ਗੁੱਸੇ ਦੇ ਵਿੱਚ ਕਿਉਂ ਨੇ, ਕਿਉਂਕਿ ਆਲਰੇਡੀ ਜਿਹੜੀ CAPF ਦੇ ਵਿੱਚ ਐਕਸ ਸਰਵਿਸਮੈਨ ਦੇ ਲਈ ਰਿਜ਼ਰਵੇਸ਼ਨ ਰੱਖੀ ਗਈ ਹੈ ਐਂਡ ਅਗਰ ਉਸਨੂੰ ਅਸੀਂ DGR ਦੀ ਰਿਪੋਰਟ ਦੇ ਨਾਲ ਕੰਪੇਅਰ ਕਰੀਏ ਤੇ ਇਹ ਨੰਬਰ ਆਸ-ਪਾਸ ਵੀ ਨਹੀਂ ਆਉਂਦਾ। ਜਿੰਨੀ ਰਿਜ਼ਰਵੇਸ਼ਨ ਰੱਖੀ ਗਈ ਆ ਉਨੀ ਵਰਕਫੋਰਸ ਜਿਹੜੀ ਐਕਸ ਸਰਵਿਸਮੈਨ ਦੀ ਵਰਕ ਹੀ ਨਹੀਂ ਕਰਦੀ ਗਵਰਨਮੈਂਟ ਡਿਪਾਰਟਮੈਂਟ 'ਚ ਐਂਡ CAPF ਦੇ ਵਿੱਚ। ਸੋ ਇੱਥੇ ਹੀ ਇਹ ਡੇਟਾ ਜਿਹੜਾ ਡੀਟਰਸਟ ਪੈਦਾ ਕਰਦਾ ਹੈ ਸਰਕਾਰ ਦੇ ਖਿਲਾਫ ਨੌਜਵਾਨਾਂ ਦਾ। ਥਰਡ ਪੁਆਇੰਟ ਤੇ ਆ ਜਾਂਦੇ ਨੇ ਉਹ ਸਾਰੇ ਨੌਜਵਾਨ ਜੋ 2019 ਤੋਂ ਹੀ ਆਰਮ ਫੋਰਸਿਸ ਦੀ ਨਿਕਲੀ ਭਰਤੀ 'ਚ ਪਾਰਟਿਸਿਪੇਟ ਕਰ ਚੁੱਕੇ ਨੇ, ਜਿਸ ਵਿੱਚ ਉਹਨਾਂ ਦਾ ਮੈਡੀਕਲ ਐਂਡ ਫਿਟਨੈਸ ਟੈਸਟ ਵੀ ਹੋ ਚੁੱਕਾ ਹੈ। ਆਫਟਰ ਕੋਵਿਡ ਉਹ ਸਾਰੇ ਨੌਜਵਾਨ ਆਪਣੇ ਰਿਟਨ ਟੈਸਟ ਦਾ ਵੇਟ ਕਰ ਰਹੇ ਸੀ ਜੋ ਕਿ ਟਾਈਮ ਟੂ ਟਾਈਮ ਪੋਸਟਪੋਨ ਹੋ ਰਿਹਾ ਸੀ। ਬਟ ਹੁਣ ਸਰਕਾਰ ਨੇ ਅਗਨੀਪਥ ਸਕੀਮ ਲਾਂਚ ਹੋਣ ਦੇ ਨਾਲ ਹੀ ਗੱਲ ਕਲੀਅਰ ਕਰ ਦਿੱਤੀ ਹੈ ਕਿ ਹੁਣ ਜਿੰਨੀਆਂ ਵੀ ਫਿਊਚਰ ਦੇ ਵਿੱਚ ਰਿਕਰੂਟਮੈਂਟ ਹੋਣਗੀਆਂ ਉਹ ਅਗਨੀਪਥ ਸਕੀਮ ਤੋਂ ਹੀ ਹੋਣਗੀਆਂ। ਸੋ ਜਿਸ ਨਾਲ ਜਿਹੜੇ ਬੱਚੇ ਆਲਰੇਡੀ ਐਗਜ਼ਾਮ ਕਲੀਅਰ ਕਰ ਚੁੱਕੇ ਨੇ ਉਹਨਾਂ ਦਾ ਚਾਂਸ ਆਰਮ ਫੋਰਸ ਨੂੰ ਜੁਆਇਨ ਕਰਨ ਦਾ ਉਹ ਵੀ ਖਰਾਬ ਹੋ ਗਿਆ। ਇਸ ਤੋਂ ਬਾਅਦ ਅਗਰ ਆਪਾਂ ਗੱਲ CAPF ਦੀ ਕਰੀਏ ਤਾਂ ਲਾਸਟ ਕੁਝ ਮੰਥਸ ਤੋਂ ਉਹ ਨੌਜਵਾਨ ਵੀ ਪ੍ਰੋਟੈਸਟ ਕਰ ਰਹੇ ਨੇ ਜਿਨ੍ਹਾਂ ਦਾ ਨਾਮ ਮੈਰਿਟ ਲਿਸਟ ਵਿੱਚ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲਿਆ। ਸੋ ਇਹ ਨੌਜਵਾਨ ਵੀ ਆਪਣੀ ਡਿਮਾਂਡਸ ਲਈ ਪ੍ਰੋਟੈਸਟ ਕਰ ਰਹੇ ਨੇ। ਸੋ ਇੱਥੇ ਹੀ ਸਾਰਿਆਂ ਦੇ ਦਿਮਾਗ 'ਚ ਇਹੀ ਡਾਊਟ ਆਉਂਦਾ ਹੈ ਕਿ ਅਗਰ ਜਿਹੜੇ ਬੱਚਿਆਂ ਨੇ ਐਗਜ਼ਾਮ ਕਲੀਅਰ ਕਰ ਚੁੱਕੇ ਨੇ, ਉਹਨਾਂ ਦਾ ਮੈਰਿਟ ਦੀ ਲਿਸਟ ਦੇ ਵਿੱਚ ਵੀ ਨਾਮ ਆ ਚੁੱਕਾ ਹੈ, ਅਗਰ ਸਰਕਾਰ ਉਹਨਾਂ ਨੂੰ ਹੀ ਜੁਆਇਨਿੰਗ ਲੈਟਰ ਨਹੀਂ ਦੇ ਰਹੀ
ਤੇ ਫਿਰ ਅਗਨੀਵੀਰਾਂ ਦਾ ਫਿਊਚਰ 'ਚ ਕੀ ਹੋਏਗਾ। ਐਂਡ ਸੱਚੀ ਦੱਸਾਂ ਤੇ ਮੈਨੂੰ ਉਹਨਾਂ ਨੌਜਵਾਨਾਂ ਲਈ ਬਹੁਤ ਹੀ ਬੁਰਾ ਫੀਲ ਹੁੰਦਾ ਹੈ ਕਿ ਜਿਨ੍ਹਾਂ ਨੇ ਪਹਿਲਾਂ 3-4 ਸਾਲ ਐਗਜ਼ਾਮ ਦੀ ਤਿਆਰੀ ਕੀਤੀ, ਉਸ ਤੋਂ ਬਾਅਦ ਟੈਸਟ ਦਿੱਤਾ, ਟੈਸਟ ਕਰਨ ਤੋਂ ਬਾਅਦ ਉਸ ਨੂੰ ਕਲੀਅਰ ਵੀ ਕੀਤਾ ਤੇ ਮੈਰਿਟ ਦੇ ਵਿੱਚ ਵੀ ਨਾਮ ਆਇਆ, ਬਟ ਬਾਅਦ ਵਿੱਚ ਫਿਰ ਵੀ ਉਹਨਾਂ ਨੂੰ ਜੌਬ ਨਹੀਂ ਮਿਲ ਪਾਈ। ਇਸ ਤੋਂ ਬੁਰਾ ਕਿਸ ਨਾਲ ਕੀ ਹੋ ਸਕਦਾ ਹੈ। ਸੋ ਆਈ ਰੀਅਲੀ ਫੀਲ ਬੈਡ ਫॉर ਦੋਜ਼ ਐਸਪੀਰੈਂਟਸ। ਸੋ ਹੁਣ ਤੱਕ ਆਪਾਂ ਅਗਨੀਪਥ ਸਕੀਮ ਦੇ ਨਾਲ ਨੌਜਵਾਨਾਂ ਤੇ ਕੀ ਇੰਪੈਕਟ ਹੋਏਗਾ ਉਹ ਦੇਖਿਆ। ਹੁਣ ਗੱਲ ਕਰਦੇ ਹਾਂ ਕਿ ਆਰਮ ਫੋਰਸਿਸ ਤੇ ਅਗਨੀਪਥ ਸਕੀਮ ਦਾ ਕੀ ਇੰਪੈਕਟ ਹੋਏਗਾ। ਸਭ ਤੋਂ ਪਹਿਲਾ ਕੁਐਸਚਨ ਤੇ ਰੇਜ਼ ਹੋ ਰਿਹਾ ਹੈ ਅਗਨੀਵੀਰਾਂ ਦੀ ਟ੍ਰੇਨਿੰਗ ਦਾ। ਅਗਨੀਪਥ ਸਕੀਮ ਦੇ ਅਕੋਰਡਿੰਗ ਇਹਨਾਂ ਅਗਨੀਵੀਰਾਂ ਨੂੰ 6 ਮੰਥ ਦੀ ਟ੍ਰੇਨਿੰਗ ਦਿੱਤੀ ਜਾਏਗੀ। ਬਹੁਤ ਸਾਰੇ ਐਕਸਪਰਟ ਇਸੇ ਗੱਲ ਤੇ ਕੁਐਸਚਨ ਕਰ ਰਹੇ ਆ ਕਿ ਸਰਕਾਰ ਸਿਰਫ 6 ਮੰਥ ਦੀ ਟ੍ਰੇਨਿੰਗ 'ਚ ਕਿਸੇ ਨੌਜਵਾਨ ਨੂੰ ਕਿੱਦਾਂ ਤਿਆਰ ਕਰ ਸਕਦੀ ਹੈ। ਜਿਵੇਂ ਕਿ ਕੋਈ ਅਗਨੀਵੀਰ ਸਿਗਨਲ 'ਚ ਜਾਂਦਾ ਹੈ, ਰਡਾਰ ਸਿਸਟਮ, ਆਰਟਿਲਰੀ ਜਾਂ ਸਬਮਰੀਨ ਵਾਲੀ ਫੀਲਡ 'ਚ ਜਾਂਦਾ ਹੈ ਤੇ 6 ਮੰਥ ਦੀ ਟ੍ਰੇਨਿੰਗ ਇਨਫ ਨਹੀਂ ਹੋਏਗੀ ਅਗਨੀਵੀਰਾਂ ਲਈ, ਜਿਸ ਨਾਲ ਆਰਮ ਫੋਰਸਿਸ ਦੀ ਵਰਕਿੰਗ ਤੇ ਇਸ ਦਾ ਇਫੈਕਟ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਬਾਅਦ ਗੱਲ ਆਉਂਦੀ ਹੈ ਆਲ ਇੰਡੀਆ ਆਲ ਕਲਾਸ ਰਿਕਰੂਟਮੈਂਟ ਸਿਸਟਮ ਦੀ। ਕਰੰਟਲੀ ਸਾਡੀ ਆਰਮ ਫੋਰਸਿਸ ਦੇ ਵਿੱਚ ਨਾਮ, ਨਮਕ ਔਰ ਨਿਸ਼ਾਨ ਦਾ ਕਨਸੈਪਟ ਬਹੁਤ ਚੱਲਦਾ ਹੈ। ਹਰ ਸੋਲਜਰ ਆਪਣੇ ਰੈਜੀਮੈਂਟ ਲਈ ਬਹੁਤ ਲਾਇਲ ਵੀ ਹੁੰਦਾ ਹੈ। ਐਂਡ ਜਦ ਕਮਿਊਨਿਟੀ ਬੇਸਡ ਰੈਜੀਮੈਂਟ ਦੀ ਗੱਲ ਕੀਤੀ ਜਾਏ ਤਾਂ ਸੇਮ ਲੈਂਗੁਏਜ, ਕਲਚਰ, ਬ੍ਰਦਰਹੁੱਡ ਨੂੰ ਪ੍ਰਮੋਟ ਕਰਦੀਆਂ ਨੇ, ਜਿਸ ਨਾਲ ਰੈਜੀਮੈਂਟ ਦੀ ਐਫੀਸ਼ੀਐਂਸੀ ਐਂਡ ਮੋਰਲ ਅਪ ਹੁੰਦਾ ਹੈ। ਸੋ ਇੱਥੇ ਕਈ ਜਣੇ ਕਾਊਂਟਰ ਆਰਗੂਮੈਂਟ ਵੀ ਦਿੰਦੇ ਆ ਕਿ ਇੰਡੀਆ ਦੀ 75% ਆਰਮ ਫੋਰਸਿਸ ਆਲ ਇੰਡੀਆ ਆਲ ਕਲਾਸ ਰਿਕਰੂਟਮੈਂਟ ਦੇ ਬੇਸ ਤੇ ਹੈ। ਸੋ ਇਸ ਦੇ ਨਾਲ ਕੁਝ ਖਾਸ ਫਰਕ ਨਹੀਂ ਪਏਗਾ ਕਿਉਂਕਿ ਇੱਕ ਸੋਲਜਰ ਹਮੇਸ਼ਾ ਆਪਣੀ ਰੈਜੀਮੈਂਟ ਤੋਂ ਪਹਿਲਾਂ ਆਪਣੀ ਕੰਟਰੀ ਵਾਸਤੇ ਲੜ ਰਿਹਾ ਹੁੰਦਾ ਹੈ। ਬਟ ਇਹਦੀ ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ, ਹਾਲੇ ਤੱਕ ਫਰਕ ਇਸ ਲਈ ਨਹੀਂ ਪੈਂਦਾ ਸੀ ਕਿਉਂਕਿ ਜਿੰਨੇ ਵੀ ਸਾਰੇ ਨੌਜਵਾਨ ਸੀ ਉਹ ਪਰਮਾਨੈਂਟ ਕਮਿਸ਼ਨ ਹੁੰਦੇ ਸੀ, ਬਟ ਅਗਨੀਵੀਰ ਦੇ ਨਾਲ ਇਹ ਟੋਟਲੀ ਚੇਂਜ ਵੀ ਹੋ ਸਕਦਾ ਹੈ। ਐਂਡ ਜਿਹੜੀ ਬ੍ਰਦਰਹੁੱਡ ਦੀ ਫੀਲਿੰਗ ਆ ਉਹ ਵੀ ਕਿਤੇ ਨਾ ਕਿਤੇ ਘਟ ਸਕਦੀ ਆ ਕਿਉਂਕਿ ਹਰ ਇੱਕ ਅਗਨੀਵੀਰ ਇੱਕ ਦੂਸਰੇ ਅਗਨੀਵੀਰ ਨੂੰ ਆਪਣੇ ਕੰਪੀਟੀਸ਼ਨ ਦੇ ਤੌਰ ਤੇ ਦੇਖੇਗਾ ਐਂਡ ਹਰ ਕੋਈ ਚਾਹੇਗਾ ਕਿ ਉਹ 25% ਦੀ ਬ੍ਰੈਕਟ ਦੇ ਵਿੱਚ ਆ ਸਕਣ ਤਾਂ ਜੋ ਉਹਨਾਂ ਨੂੰ ਪਰਮਾਨੈਂਟ ਕਮਿਸ਼ਨ ਮਿਲ ਸਕੇ। ਸੋ ਕਿਤੇ ਨਾ ਕਿਤੇ ਅਗਨੀਵੀਰਸ ਵਿਚਾਲੇ ਇਹ ਕੰਪੀਟੀਸ਼ਨ ਆਰਮ ਫੋਰਸਿਸ ਦੀ ਬ੍ਰਦਰਹੁੱਡ ਦੀ ਫੀਲਿੰਗਸ ਨੂੰ ਵੀ ਡੈਮੇਜ ਕਰੇਗਾ। ਬਿਫੋਰ ਵੀ ਡਿਸਕਸ ਕੀ ਇਸ ਸਾਰੇ ਇਸ਼ੂ ਤੇ ਮੇਰਾ ਪਰਸਨਲ ਓਪੀਨੀਅਨ ਕੀ ਹੈ, ਮੈਂ ਇੱਕ ਹੋਰ ਪੁਆਇੰਟ ਨੂੰ ਹਾਈਲਾਈਟ ਕਰਨਾ ਚਾਹਾਂਗਾ ਐਂਡ ਉਹ ਹੈ ਕਿ ਅਸੀਂ ਇਸ ਸਕੀਮ ਦੇ ਨਾਲ ਕਮਾਂਡਿੰਗ ਆਫੀਸਰ ਦਾ ਵਰਕਲੋਡ ਐਂਡ ਸ਼ਾਇਦ ਕਿਤੇ ਨਾ ਕਿਤੇ ਅਸੀਂ ਫੇਵਰਿਟਿਜ਼ਮ ਨੂੰ ਵਧਾ ਰਹੇ ਹਾਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਆਫਟਰ 4 ਇਅਰਸ ਸਿਰਫ 25% ਅਗਨੀਵੀਰਾਂ ਨੂੰ ਹੀ ਪਰਮਾਨੈਂਟ ਕਮਿਸ਼ਨ ਮਿਲੇਗਾ ਐਂਡ ਇਹ ਸਾਰਾ ਟਰੈਕ ਰਿਕਾਰਡ ਮੋਨੀਟਰ ਕਰਨ ਦਾ ਕੰਮ ਹੋਏਗਾ ਕਮਾਂਡਿੰਗ ਆਫੀਸਰ ਦਾ। ਸਾਨੂੰ ਆਲਰੇਡੀ ਪਤਾ ਹੈ ਕਿ ਕਮਾਂਡਿੰਗ ਆਫੀਸਰ ਕੋਲ ਹੋਰ ਵੀ ਬਹੁਤ ਸਾਰੀਆਂ ਡਿਊਟੀਆਂ ਹੁੰਦੀਆਂ ਨੇ, ਜਿਵੇਂ ਕਿ ਆਪਣੇ ਟਰੂਪਸ ਨੂੰ ਹਮੇਸ਼ਾ ਬੈਟਲ ਰੈਡੀ ਰੱਖਣਾ, ਐਡਮਿਨਿਸਟ੍ਰੇਟਿਵ ਵਰਕ ਐਂਡ ਹੋਰ ਵੀ ਬਹੁਤ ਕੁਝ। ਬਟ ਅਗਨੀਪਥ ਸਕੀਮ ਦੇ ਨਾਲ ਕਮਾਂਡਿੰਗ ਆਫੀਸਰ ਦੇ ਡੇਲੀ ਟਾਸਕ ਵਿੱਚ ਇੱਕ ਹੋਰ ਟਾਸਕ ਐਡ ਹੋ ਜਾਏਗਾ ਜਿਸ ਨਾਲ ਕਮਾਂਡਿੰਗ ਆਫੀਸਰ ਦੀ ਵਰਕ ਕਰਨ ਦੀ ਐਫੀਸ਼ੀਐਂਸੀ ਦੇ ਵਿੱਚ ਵੀ ਫਰਕ ਪਏਗਾ। ਹੁਣ ਸੈਕੰਡ ਪੁਆਇੰਟ ਵੀ ਇਸੇ ਪੁਆਇੰਟ ਦੇ ਨਾਲ ਹੀ ਜੁੜਿਆ ਹੈ। ਜਿਵੇਂ ਸਾਨੂੰ ਪਤਾ ਹੈ ਕਿ 25% ਜਿਹੜੇ ਅਗਨੀਵੀਰਾਂ ਦੀ ਰეკਮੈਂਡੇਸ਼ਨ ਆ ਉਹ ਕਮਾਂਡਿੰਗ ਆਫੀਸਰ ਦੁਆਰਾ ਕੀਤੀ ਜਾਏਗੀ। ਸੋ ਇੱਥੇ ਕਮਾਂਡਿੰਗ ਆਫੀਸਰ ਫੇਵਰਿਟਿਜ਼ਮ ਵੀ ਕਰ ਸਕਦਾ ਹੈ ਕਿਉਂਕਿ ਕਮਾਂਡਿੰਗ ਆਫੀਸਰ ਮੇ ਵੀ ਆਪਣੀ ਮਰਜ਼ੀ ਦੇ ਨਾਲ ਔਰ ਫੇਵਰਿਟਿਜ਼ਮ ਦੇ ਨਾਲ ਕਿਸੇ ਅਗਨੀਵੀਰ ਨੂੰ ਅੱਗੇ ਰეკਮੈਂਡ ਕਰੇ। ਮੈਂ ਇੱਥੇ ਇਹ ਨਹੀਂ ਕਹਿੰਦਾ ਕਿ ਇਦਾਂ ਹੀ ਹੋਏਗਾ, ਬਟ ਯੈਸ ਇਸ ਦੀ ਪੋਸੀਬਿਲਿਟੀ ਵੀ ਹੈ। ਹੁਣ ਅਗਰ ਮੈਂ ਆਪਣੀ ਗੱਲ ਕਰਾਂ ਤੇ ਯੈਸ ਮੈਨੂੰ ਆਈਡੀਆ ਹੈਗਾ ਸੀ ਕਿ ਇਹ ਸਕੀਮ ਇੰਡੀਅਨ ਆਰਮੀ ਦੇ ਵਿੱਚ ਰਿਫਾਰਮ ਹੋਣਗੇ ਬਿਕੋਜ਼ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਨੇ ਇਸ ਨੂੰ ਐਕਸਟੈਂਸਿਵਲੀ ਕਵਰ ਵੀ ਕੀਤਾ ਸੀ। ਸੋ ਇੱਥੇ ਅਗਰ ਮੈਂ ਆਪਣੀ ਗੱਲ ਕਰਾਂ ਤੇ ਯੈਸ ਆਈ ਸਪੋਰਟ ਦਿਸ ਸਕੀਮ ਬਿਕੋਜ਼ ਸਾਡੀ ਆਰਮ ਫੋਰਸਿਸ ਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਆਪਣੇ ਸੈਲਰੀ ਐਂਡ ਪੈਨਸ਼ਨ ਦੇ ਬਿਲਸ ਨੂੰ ਘਟਾਉਣ ਦੀ ਐਂਡ ਇਹੀ ਜਿਹੜਾ ਪੈਸਾ ਵਾ ਆਰਮ ਫੋਰਸਿਸ ਨੂੰ ਮਾਡਰਨਾਈਜ਼ ਕਰਨ ਦੇ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਬਟ ਇੱਥੇ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਸਰਕਾਰ ਨੂੰ ਉਹਨਾਂ ਨੌਜਵਾਨਾਂ ਬਾਰੇ ਵੀ ਸੋਚਣਾ ਚਾਹੀਦਾ ਸੀ ਜੋ ਸਿਰਫ ਆਪਣੇ ਐਗਜ਼ਾਮ ਦੀ ਵੇਟ ਕਰ ਰਹੇ ਸੀ, ਜਿਹੜੇ ਆਲਰੇਡੀ ਆਪਣਾ ਮੈਡੀਕਲ ਤੇ ਫਿਟਨੈਸ ਜਿਹੜਾ ਕਲੀਅਰ ਕਰ ਚੁੱਕੇ ਸੀ। ਸੋ ਸਰਕਾਰ ਨੂੰ ਉਹਨਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਸੀ। ਐਂਡ ਮੈਂ ਪਰਸਨਲੀ ਦੱਸਾਂ ਮੈਨੂੰ ਬਹੁਤ ਹੀ ਬੁਰਾ ਫੀਲ ਹੁੰਦਾ ਉਹਨਾਂ ਸਟੂਡੈਂਟਸ ਬਾਰੇ, ਉਹਨਾਂ ਨੌਜਵਾਨਾਂ ਬਾਰੇ ਜਾਣ ਕੇ। ਕਈ ਜਣੇ ਇਹ ਕਹਿੰਦੇ ਆ ਕਿ ਇਸ ਸਕੀਮ ਨੂੰ ਫੇਜ਼ਿਸ ਦੇ ਵਿੱਚ ਇੰਟਰੋਡਿਊਸ ਕਰਨਾ ਚਾਹੀਦਾ ਸੀ ਸਰਕਾਰ ਨੂੰ ਕਿਉਂਕਿ ਜਿਹੜਾ ਸਰਕਾਰ ਤਰਕ ਦਿੰਦੀ ਹੈ ਕਿ ਪੈਨਸ਼ਨਸ ਦੇ ਬਿੱਲ ਨੂੰ ਘਟਾਉਣਾ ਚਾਹੁੰਦੀ ਹੈ ਉਹ ਗੱਲ ਬਿਲਕੁਲ ਝੂਠੀ ਹੈ ਕਿਉਂਕਿ ਜਿਹੜਾ ਪੈਨਸ਼ਨ ਦਾ ਬਿੱਲ ਆ ਉਹ ਕਰੰਟਲੀ ਹੁਣੇ ਹੀ ਨਹੀਂ ਘਟ ਜਾਏਗਾ, ਉਹ 19 ਸਾਲ ਬਾਅਦ ਘਟਣਾ ਸੀ ਕਿਉਂਕਿ ਹੁਣ ਜਿਹੜਾ ਅੱਜ ਸਿਪਾਹੀ ਭਰਤੀ ਹੋਏਗਾ ਉਹ 19 ਸਾਲ ਬਾਅਦ ਰਿਟਾਇਰ ਹੋਏਗਾ ਤੇ ਫਿਰ ਉਸ ਪੈਨਸ਼ਨ ਦਾ ਬਰਡਨ ਪੈਣਾ ਸੀ। ਸੋ ਇਹ ਗੱਲ ਬਿਲਕੁਲ ਝੂਠੀ ਹੈ। ਬਟ ਹਾਂ ਇੱਕ ਗੱਲ ਆਪਾਂ ਡਿਨਾਈ ਨਹੀਂ ਕਰ ਸਕਦੇ ਕਿ ਜਿਹੜਾ ਸੈਲਰੀ ਦਾ ਬਰਡਨ ਆ ਉਹ ਜ਼ਰੂਰ ਘਟੇਗਾ। ਸੋ ਇੱਥੇ ਆਪਾਂ ਕਿਤੇ ਨਾ ਕਿਤੇ ਦੇਖ ਸਕਦੇ ਹਾਂ ਕਿ ਸੈਲਰੀ ਜਾਂ ਜ਼ਰੂਰ ਘਟੇਗਾ ਬਟ ਪੈਨਸ਼ਨ ਦਾ ਬਰਡਨ ਨਹੀਂ ਘਟੇਗਾ। ਬਾਕੀ ਇਹ ਸੀ ਸਾਰਾ ਅਗਨੀਪਥ ਸਕੀਮ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਇਸ ਦੇ ਫਾਇਦੇ ਨੁਕਸਾਨ ਐਂਡ ਮੈਂ ਆਪਣੇ ਓਪੀਨੀਅਨ ਦੀ ਵੀ ਗੱਲ ਕੀਤੀ। ਹੁਣ ਮੈਂ ਤੁਹਾਡੀ ਰਾਏ ਜਾਣਨਾ ਚਾਹੁੰਦਾ ਕਿ ਤੁਹਾਡੇ ਅਕੋਰਡਿੰਗ ਇਹ ਸਕੀਮ ਸਹੀ ਹੈ ਜਾਂ ਨਹੀਂ ਸਹੀ ਐਂਡ ਅਗਰ ਸਹੀ ਹੈ ਤੇ ਸਰਕਾਰ ਨੂੰ ਇਹਨੂੰ ਕਿੱਦਾਂ ਇੰਟਰੋਡਿਊਸ ਕਰਨਾ ਚਾਹੀਦਾ ਸੀ, ਗਲਤ ਹੈ ਤੇ ਕਿਹੜੇ ਫਲॉस ਸੀ। ਸੋ ਆਪਣੇ ਜਿਹੜੇ ਆਰਗੂਮੈਂਟਸ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਮੈਂ ਬੜਾ ਕਿਊਰੀਅਸਲੀ ਵੇਟ ਕਰਾਂਗਾ ਤੁਹਾਡੇ ਕਮੈਂਟ ਸੈਕਸ਼ਨ ਨੂੰ ਰੀਡ ਕਰਨ ਦੇ ਵਿੱਚ। ਸੋ ਇਹ ਸੀ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ। ਬਾਕੀ ਮਿਲਦੇ ਆਪਾਂ ਅਗਲੀ ਕਿਸੇ ਵੀਡੀਓ ਦੇ ਵਿੱਚ। ਧੰਨਵਾਦ।